हेलो फ्रेंड्स, वेलकम टू माय यूट्यूब चैनल शिक्षा मटीरियल। फ्रेंड्स, अज ਅਸੀਂ फंडामेंटल राइट्स ਜਿਹੜੇ ਗਿਆ इंडिया ਦੇ ਉਹਨਾਂ ਬਾਰੇ डिस्कस ਕਰਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੈ फंडामेंटल राइट्स ਜਿਹੜੇ ਗਿਆ ਸਾਡੇ कॉन्स्टिट्यूशन ਦੇ ਜਿਹੜਾ पार्ट 3 है ਉਹਦੇ ਵਿੱਚ ਐਡ ਗਿਆ, ठीक है। ਤੇ आर्टिकल कितों तो लैके 12 ਤੋਂ 35 ਦੇ ਵਿੱਚ, ठीक है। तो ਉਹਦੇ ਬਾਰੇ फस्ट क्वेश्चन ही साडा यही है कि ਭਾਰਤ ਦੇ संविधान का मैगना कार्टा किसनों कहा जाता है, ठीक है। इदा भी क्वेश्चन आ सकता है कि मैगना कार्टा जिहड़ा वा वो किसनों कहा जाता है, ठीक है। भारत के संविधान दे विच उहनूं कहा जाता है भाग 3 नूं, क्योंकि भाग 3 दे विच की है साडे फंडामेंटल राइट जिहड़े बुनियादी मौलिक अधिकार हैगे ने वो भाग 3 विच ऐड ने, उहनां नूं कहा जाता है भारत के संविधान का मैगना कार्टा। नैक्सट क्वेश्चन इज़ ਭਾਰਤ ਦੇ ਸੰਵਿਧਾਨ ਦੇ ਕਿਹੜੇ ਅਨੁਛੇਦਾਂ ਵਿੱਚ ਮੌਲਿਕ ਅਧਿਕਾਰ ਹਨ, ਠੀਕ ਹੈ। ਮੌਲਿਕ ਅਧਿਕਾਰ ਪਹਿਲਾਂ ਤਾਂ ਅਸੀਂ ਦੱਸਿਆ ਕਿ ਕਿਹੜੇ ਭਾਗ ਨੂੰ ਕਿਹਾ ਜਾਂਦਾ ਹੈ, ਉਹ ਹੈਗਾ ਤਿੰਨ ਭਾਗ ਵਿੱਚ ਮੌਲਿਕ ਅਧਿਕਾਰ ਹੈਗੇ ਆ। ਕਿਹੜੇ ਅਨੁਛੇਦਾਂ ਵਿੱਚ ਕਿਹੜੇ ਆਰਟੀਕਲ 'ਚ ਹੈਗੇ ਆ? ਆਰਟੀਕਲ 5 ਤੋਂ 11, ਆਰਟੀਕਲ 12 ਤੋਂ 35, ਆਰਟੀਕਲ 14 ਤੋਂ 32 ਐਂਡ ਆਰਟੀਕਲ 51A। ਤੇ ਇਹਦਾ ਰਾਈਟ ਆਨਸਰ ਹੈਗਾ ਵਾ ਆਰਟੀਕਲ 12 ਤੋਂ 35, यानी कि ऑप्शन 2 ऑप्शन ਜਿਹੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਇਜ਼ ਭਾਰਤ ਦੇ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਕਿਸ ਦੇਸ਼ ਤੋਂ ਲਏ ਗਏ ਹਨ। ਜਿਵੇਂ ਕਿ ਅਸੀਂ ਇੰਡੀਅਨ ਕੌਂਸਟੀਟਿਊਸ਼ਨ ਵਾਲਾ ਟੌਪਿਕ ਕੀਤਾ ਸੀ ਤੇ ਉਹਦੇ ਵਿੱਚ ਡਿਸਕਸ ਕੀਤਾ ਸੀ ਕਿ ਜਿਹੜਾ ਇੰਡੀਆ ਦਾ ਕਹਿ ਸਕਦੇ ਕੌਂਸਟੀਟਿਊਸ਼ਨ ਆ ਉਹਨੂੰ BR ਅੰਬੇਦਕਰ ਨੇ ਵੇ ਆਫ ਬੋਰਿੰਗ ਕਿਹਾ ਹੈ। ਕਿਉਂ? ਕਿਉਂਕਿ ਇਹਨਾਂ ਨੇ ਜਿਹੜਾ ਆਪਣਾ ਇੰਡੀਅਨ ਕੌਂਸਟੀਟਿਊਸ਼ਨ 'ਚ ਮੋਸਟਲੀ ਜਿਹੜੀਆਂ ਚੀਜ਼ਾਂ ਸਾਰੀਆਂ ਉਧਾਰ ਲਈਆਂ ਹੋਈਆਂ ਨੇ, ਜਾਣੀ ਕਿ ਦੂਜੇ ਦੇਸ਼ਾਂ ਦੇ ਸੰਵਿਧਾਨ ਤੋਂ। ਇਸੇ ਤਰ੍ਹਾਂ ਇੱਥੇ ਇੱਕ ਕੁਐਸਚਨ ਹੈ ਕਿ ਜਿਹੜੇ ਮੌਲਿਕ ਅਧਿਕਾਰ ਸਾਡੇ ਫੰਡਾਮੈਂਟਲ ਰਾਈਟਸ ਕਿਹੜੇ ਦੇਸ਼ ਤੋਂ ਲਏ ਹਨ? USA ਤੋਂ, ਆਇਰਲੈਂਡ, ਰਸ਼ੀਆ ਕੇ ਸਾਊਥ ਅਫਰੀਕਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਮੌਲਿਕ ਅਧਿਕਾਰ ਅਸੀਂ ਲਏ USA ਯਾਨੀ ਕਿ ਅਮੈਰੀਕਾ ਤੋਂ। ਇਸ ਤੋਂ ਇਲਾਵਾ ਉੱਥੋਂ ਪ੍ਰਸਤਾਵਨਾ ਦਾ ਜਿਹੜਾ ਕਨਸੈਪਟ ਉੱਥੋਂ ਹੀ ਲਿਆ ਹੋਇਆ। ਪੁਨਰ ਨਿਰੀਖਣ ਅਤੇ ਲਿਖਤੀ ਸੰਵਿਧਾਨ ਜਿਹੜੇ ਕਿ ਸਾਡੇ ਕੌਂਸਟੀਟਿਊਸ਼ਨ ਦੀ ਇੱਕ ਫੀਚਰਸ ਹੈ, ਰਿਟਨ ਕੌਂਸਟੀਟਿਊਸ਼ਨ, ਉਹ ਵੀ ਅਸੀਂ USA ਤੋਂ ਲਿਆ ਹੈ। ਇਸ ਤੋਂ ਇਲਾਵਾ ਆਇਰਲੈਂਡ ਤੋਂ ਅਸੀਂ ਡਾਇਰੈਕਟਿਵ ਪ੍ਰਿੰਸੀਪਲ ਆਫ ਪੋਲਿਸੀ ਲਈ ਆ, ਅਤੇ ਜਿਹੜੇ ਪ੍ਰੈਜ਼ੀਡੈਂਟ ਦੀ ਇਲੈਕਟੋਰਲ ਪ੍ਰੋਸੈਸ ਹੈਗੀ ਆ ਉਹ ਉੱਥੋਂ ਲਈ ਹੋਈ ਆ। ਰਸ਼ੀਆ ਤੋਂ ਅਸੀਂ ਮੌਲਿਕ ਕਰਤੱਵ ਯਾਨੀ ਕਿ ਡਿਊਟੀਜ਼ ਲਈ ਆਨੇ ਅਤੇ 5 ਸਾਲਾ ਯੋਜਨਾਵਾਂ ਜਿਹਨੂੰ ਕਿ ਹੁਣ ਨੀਤੀ ਆਯੋਗ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਸਾਊਥ ਅਫਰੀਕਾ ਤੋਂ ਸੰਵਿਧਾਨਕ ਸੋਧ ਕਿ ਕਿਵੇਂ ਸੋਧ ਕੀਤੀ ਜਾ ਸਕਦੀ ਆ, ਜਿਹੜੀ ਜਿਵੇਂ ਕਿ ਹੁਣ ਤੱਕ 104 ਸੋਧਾਂ ਹੋ ਚੁੱਕੀਆਂ ਹਨ। ਇਹ ਅਸੀਂ ਲਏ ਆ ਸਾਊਥ ਅਫਰੀਕਾ ਤੋਂ। ਨੈਕਸਟ ਕੁਐਸਚਨ ਇਜ਼ ਵਰਤਮਾਨ ਸਮੇਂ ਭਾਰਤ ਦੇ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਹਨ? ऑप्शन 1 5, ऑप्शन 2 6, ऑप्शन 3 7 एंड ऑप्शन 4 8, ठीक है। तो राइट आंसर है ऑप्शन 2 6, ठीक है। 6 मौलिक अधिकार ने इस समय भारत के संविधान विच, बट जो साडा संविधान बनिया सीगा उदों इहदे 7 मौलिक अधिकार सन। वो सीगा पहला सीगा राइट टू इक्वैलिटी आर्टिकल 14 तो 18, सैकेंड राइट टू फ्रीडम आर्टिकल 19 तो 22, राइट अगेंस्ट एक्सप्लोटेशन आर्टिकल 23 तो 24 यानी कि शोषण के विरुद्ध अधिकार। फोर्थ है ही राइट टू फ्रीडम ऑफ रिलीजन धार्मिक सुतंत्रता का अधिकार आर्टिकल 25 तो 28। फिफ्थ है ही कल्चरल एंड एजुकेशन राइट्स, ठीक है। सभ्याचार ते सिक्ख्या के जोड़े अधिकार है आर्टिकल 29 तो 30। सिक्स है राइट टू प्रॉपर्टी, ठीक है, जायदाद का अधिकार आर्टिकल 31। एंड 7 नंबर पर सीगा राइट टू कॉन्स्टिट्यूशन रैमडीज जिन्हें कि धार्मिक उपचारों का अधिकार कहा जाता है आर्टिकल 32। इन्हां विचों जिहड़ा 6 नंबर ते राइट टू प्रॉपर्टी है हुण वो साडा जिहड़ा वा वो फंडामेंटल राइट नहीं हैगा, क्योंकि हुण इहनूं लीगल जिहड़ा राइट दे विच ऐड कर दिता गया वा, ठीक है। आर्टिकल 300A दे तहत जिहड़ा राइट टू प्रॉपर्टी आ वो जिहड़ा वा हुण मौलिक अधिकारां विच शामिल नहीं है, ते साडे बाकी साडे जिहड़े 6 मौलिक अधिकार हन। नैक्सट क्वेश्चन है
ਸੰਪत्ति ਦੇ ਅਧਿਕਾਰ ਨੂੰ ਕਿਸ ਅਨੁਛੇਦ ਤਹਿਤ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ। ਠੀਕ ਹੈ, ਲਾਸਟ ਕੁਐਸਚਨ 'ਚ ਇਸੇ ਦੀ ਗੱਲ ਕੀਤੀ ਸੀਗੀ ਕਿ ਜਿਹੜਾ ਕਾਨੂੰਨੀ ਅਧਿਕਾਰ ਬਣਾਇਆ ਗਿਆ ਵਾ ਸੰਪत्ति ਜਾਇਦਾਦ ਦੇ ਅਧਿਕਾਰ ਨੂੰ ਹੁਣ ਕਿਹੜੇ ਆਰਟੀਕਲ ਵਿੱਚ ਐਡ ਹੈ। ਠੀਕ ਹੈ, 300 ਆਰਟੀਕਲ ਵਿੱਚ, 300 A, 300 B ਕਿ 300 C। ਤੇ ਇਹਦਾ ਰਾਈਟ ਆਨਸਰ ਹੈ 300 A। ਠੀਕ ਹੈ, ਇੱਕ ਹੋਰ ਮੇਨ ਗੱਲ ਹੈ ਕਿ ਦੇਖੋ ਜਿੱਥੇ ਕਿਤੇ ਆਰਟੀਕਲ ਦੇ ਨਾਲ ਕੋਈ ਐਲਫਾਬਟ ਜਿਹੜਾ ਲੈਟਰ ਆ ਉਹ ਲੈਟਰ ਬਿਗ ਲੱਗਦਾ ਹੈ ਤਾਂ ਉੱਥੇ ਜਿਹੜਾ ਨਵਾਂ ਅਨੁਛੇਦ ਬਣਾ ਦਿੱਤਾ ਜਾਂਦਾ। ਅਤੇ ਜਿੱਥੇ ਜਿਹੜੇ ਸਮੋਲ ਐਲਫਾਬੈਟ ਹੋਣਗੇ ਉੱਥੇ ਕੀ ਹੁੰਦਾ ਹੈ ਕਿ ਉਹਦੇ ਇੱਕ ਦੇ ਵਿੱਚ ਹੀ ਜਦੋਂ ਆਪਾਂ 2-3 ਨੂੰ ਐਡ ਕਰਦੇ ਹਾਂ ਨਾ ਅਤੇ ਉਹ ਜਿਹੜਾ ਉਦੋਂ ਛੋਟੇ ਐਲਫਾਬੈਟ ਲੱਗਦੇ ਆ। ਅਤੇ ਜਦੋਂ ਅਸੀਂ ਕਿਸੇ ਆਰਟੀਕਲ ਨੂੰ ਜਿਹੜਾ ਦੂਸਰੀ ਜਗ੍ਹਾ ਚੇਂਜ ਕਰਦੇ ਨੇ, ਇੱਕ ਉਹਨੂੰ ਨਵਾਂ ਕਹਿ ਸਕਦੇ ਹੋ, ਨਵਾਂ ਨਾਮ ਦੇ ਦਿੱਤਾ ਜਾਂਦਾ, ਨਵਾਂ ਆਰਟੀਕਲ ਦੇ ਦਿੱਤਾ ਜਾਂਦਾ ਹੈ, ਤਾਂ ਉਦੋਂ ਜਿਹੜੇ ਬਿਗ ਐਲਫਾਬੈਟ ਲੱਗਦੇ ਨੇ। ਨੈਕਸਟ ਕੁਐਸਚਨ ਹੈ ਕਿਹੜੇ ਮੌਲਿਕ ਅਧਿਕਾਰਾਂ ਨੂੰ ਰਾਸ਼ਟਰੀ ਆਪਾਤਕਾਲ ਸਮੇਂ ਵੀ ਮੁਅੱਤਲ ਨਹੀਂ ਹੁੰਦੇ ਕਿ ਜਦੋਂ ਨੈਸ਼ਨਲ ਐਮਰਜੈਂਸੀ ਲੱਗਦੀ ਅਤੇ ਇਹਨਾਂ ਵਿੱਚੋਂ ਕਿਹੜੇ ਮੌਲਿਕ ਅਧਿਕਾਰ ਆ ਉਹ ਡਿਸਮਿਸ ਨਹੀਂ ਹੋ ਸਕਦੇ, ਝਿਟਕਿਆ ਖਤਮ ਨਹੀਂ ਹੋ ਸਕਦੇ। ਠੀਕ ਹੈ, ਅਨੁਛੇਦ 19 ਅਤੇ 20, ਅਨੁਛੇਦ 20 ਅਤੇ 21, ਅਨੁਛੇਦ 23 ਅਤੇ 24, ਅਨੁਛੇਦ 29 ਅਤੇ 30। ਇਹਦਾ ਰਾਈਟ ਆਨਸਰ ਹੈ ਦੂਜਾ ਅਨੁਛੇਦ 20 ਅਤੇ 21। ਠੀਕ ਹੈ, ਇਹ ਜਿਹੜੇ ਰਾਸ਼ਟਰੀ ਆਪਾਤਕਾਲ ਸਮੇਂ ਵੀ ਮੁਅੱਤਲ ਨਹੀਂ ਹੁੰਦੇ। ਨੈਕਸਟ ਕੁਐਸਚਨ ਇਜ਼ ਆਰਟੀਕਲ 12 ਦਾ ਸੰਬੰਧ ਕਿਸ ਨਾਲ ਹੈ। ਸਰਕਾਰ ਦੀ ਪਰਿਭਾਸ਼ਾ ਨਾਲ, ਰਾਜ ਦੀ ਪਰਿਭਾਸ਼ਾ ਨਾਲ, ਸੰਸਦ ਦੀ ਪਰਿਭਾਸ਼ਾ ਨਾਲ ਕਿ ਕਾਨੂੰਨ ਦੀ ਪਰਿਭਾਸ਼ਾ ਨਾਲ। ਅਤੇ ਇਹਦਾ ਸਹੀ ਉੱਤਰ ਹੈ ਰਾਜ ਦੀ ਪਰਿਭਾਸ਼ਾ ਨਾਲ। ਠੀਕ ਹੈ, ਜਿਹੜਾ ਅਨੁਛੇਦ 12 ਹੈ ਉਹ ਰਾਜ ਦੀ ਪਰਿਭਾਸ਼ਾ ਨਾਲ ਸੰਬੰਧਿਤ ਹੈ। ਅਗਲਾ ਪ੍ਰਸ਼ਨ ਹੈ ਨਿਆਇਕ ਪੁਨਰ ਨਿਰੀਖਣ ਦਾ ਜਨਮਦਾਤਾ ਕਿਸ ਅਨੁਛੇਦ ਨੂੰ ਮੰਨਿਆ ਜਾਂਦਾ ਹੈ। ਆਰਟੀਕਲ 12 ਨੂੰ, ਆਰਟੀਕਲ 13 ਨੂੰ, ਆਰਟੀਕਲ 14 ਨੂੰ ਅਤੇ ਆਰਟੀਕਲ 15 ਨੂੰ। ਅਤੇ ਇੱਥੇ ਸਹੀ ਉੱਤਰ ਹੈ ਆਰਟੀਕਲ 13। ਠੀਕ ਹੈ, ਜਿਹੜਾ ਆਰਟੀਕਲ 12 ਉਹ ਤਾਂ ਅਸੀਂ ਉੱਪਰ ਹੀ ਕਰ ਲਿਆ ਕਿ ਰਾਜ ਦੀ ਪਰਿਭਾਸ਼ਾ ਨਾਲ ਹੈ, ਲੇਕਿਨ ਨਿਆਇਕ ਪੁਨਰ ਨਿਰੀਖਣ ਦਾ ਜਿਹੜਾ ਜਨਮਦਾਤਾ ਹੈ ਉਹ ਆਰਟੀਕਲ 13 ਹੈ। ਠੀਕ ਹੈ, ਜਦੋਂ ਵੀ ਜਾਣੀ ਕਿ ਸਾਡੀ ਸੁਪਰੀਮ ਕੋਰਟ ਨੂੰ ਇਹ ਰਾਈਟ ਹੈਗਾ ਉਹਦੇ ਕੋਈ ਪਾਵਰ ਹੈਗੀ ਹੈ ਕਿ ਜੇਕਰ ਕੋਈ ਲਾ ਕਾਨੂੰਨ ਕਿਸੇ ਵੀ ਅਨੁਛੇਦ ਦੇ ਨਾਲ ਜਾਂ ਸਾਡੇ ਸੰਵਿਧਾਨ ਦੇ ਵਿੱਚ ਕਿਸੇ ਨਾਲ ਛੇੜਛਾੜ ਹੁੰਦੀ ਹੈ ਤਾਂ ਉਹ ਨਿਆਇਕ ਪੁਨਰ ਨਿਰੀਖਣ ਦਾ ਜਿਹੜੀ ਆ ਵਰਤੋਂ ਆ ਆਪਣੀ ਸ਼ਕਤੀ ਦੀ ਵਰਤੋਂ ਆ ਉਹ ਕਰ ਸਕਦਾ ਵਾ ਆਰਟੀਕਲ 13 ਦੇ ਤਹਿਤ। ਮੌਲਿਕ ਅਧਿਕਾਰਾਂ ਵਿੱਚ ਸੋਧ ਕੌਣ ਕਰ ਸਕਦਾ ਹੈ। ਸੁਪਰੀਮ ਕੋਰਟ, ਹਾਈ ਕੋਰਟ, ਸੰਸਦ ਕਿ ਕੋਈ ਨਹੀਂ। ਅਤੇ ਸਹੀ ਉੱਤਰ ਹੈ ਸੰਸਦ, ਜਾਣੀ ਕਿ ਸਾਡੀ ਪਾਰਲੀਮੈਂਟ ਜਿਹੜੀ ਹੈ ਉਹ ਮੌਲਿਕ ਅਧਿਕਾਰਾਂ ਵਿੱਚ ਸੋਧ ਕਰ ਸਕਦੀ ਹੈ। ਅਗਲਾ ਪ੍ਰਸ਼ਨ ਹੈ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ। ਜਿਹੜੇ ਸਾਡੇ ਮੌਲਿਕ ਅਧਿਕਾਰ ਹੈ ਉਹਨਾਂ ਨੂੰ ਕੌਣ ਇੰਪਲੀਮੈਂਟ ਕਰਦਾ ਹੈ। ਹਾਈ ਕੋਰਟ, ਸੁਪਰੀਮ ਕੋਰਟ, ਉਪਰੋਕਤ ਦੋਵੇਂ ਕਿ ਰਾਸ਼ਟਰਪਤੀ। ਠੀਕ ਹੈ, ਅਤੇ ਇਹ ਜਿਹੜੀ ਹੈ ਸਾਡੇ ਦੋਵਾਂ ਕੋ ਪਾਵਰ ਹੈਗੀ ਆ, ਹਾਈ ਕੋਰਟ ਕੋ ਅਤੇ ਸੁਪਰੀਮ ਕੋਰਟ ਕੋ। ਇਹ ਦੋਵੇਂ ਜਿਹੜੇ ਇਹਨਾਂ ਦੀ ਜਿਹੜੀ ਰੱਖਿਆ ਕਰਦੇ ਆ। ਠੀਕ ਹੈ, ਇਸ ਲਈ ਇਹਨਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਵੀ ਇਹਨਾਂ ਦੀ ਆ, ਯਾਨੀ ਕਿ ਤੀਜਾ ਜਿਹੜਾ ਆਪਸ਼ਨ ਹੈ ਉਪਰੋਕਤ ਦੋਵਾਂ ਦੀ ਇੱਥੇ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ ਇਕੁਐਲਿਟੀ ਬਿਫੋਰ ਲਾਅ ਦਾ ਵਰਣਨ ਕਿਸ ਅਨੁਛੇਦ ਵਿੱਚ ਕੀਤਾ ਗਿਆ ਹੈ, ਯਾਨੀ ਕਿ ਕਾਨੂੰਨ ਸਾਹਮਣੇ ਸਮਾਨਤਾ। ਠੀਕ ਹੈ, ਅਤੇ ਕਾਫੀ ਦੇਰ ਤੋਂ ਅਸੀਂ ਵੈਸੇ ਇਸ ਕੁਐਸਚਨ ਪੜ੍ਹਦੇ ਆਏ ਹਾਂ। ਸਭ ਨੂੰ ਪਤਾ ਹੋਏਗਾ ਕਿ ਅਨੁਛੇਦ 14 ਜਿਹੜਾ ਹੈਗਾ ਵਾ ਸਮਾਨਤਾ ਦਾ ਅਧਿਕਾਰ ਆ। ਠੀਕ ਹੈ, ਇਹਦੇ ਵਿੱਚ ਇਕੁਐਲਿਟੀ ਬਿਫੋਰ ਲਾਅ ਆ, ਯਾਨੀ ਕਿ ਕਾਨੂੰਨ ਦੇ ਸਾਹਮਣੇ ਕਿਸੇ ਵੀ ਵਿਅਕਤੀ ਨਾਲ ਜਾਤ, ਧਰਮ, ਲਿੰਗ, ਨਸਲ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਅਗਲਾ ਪ੍ਰਸ਼ਨ ਹੈ ਕਿਹੜੇ ਮੌਲਿਕ ਅਧਿਕਾਰ ਸਿਰਫ ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਹਨ। ਅਨੁਛੇਦ 14 ਅਤੇ 15, ਅਨੁਛੇਦ 19, ਅਨੁਛੇਦ 29 ਅਤੇ 30 ਅਤੇ ਉਪਰੋਕਤ ਸਾਰੇ। ਅਤੇ ਇਹਦਾ ਸਹੀ ਉੱਤਰ ਹੈ ਉਪਰੋਕਤ ਸਾਰੇ, ਕਿਉਂਕਿ ਸਾਰੇ ਜਿਹੜੇ ਅਨੁਛੇਦ ਹੈ, ਜਿਹੜੇ ਆਰਟੀਕਲ ਨੇ, ਜਿਹੜੇ ਇਹ ਮੌਲਿਕ ਅਧਿਕਾਰ ਆ, ਇਹ ਸਾਰੇ ਸਾਡੇ ਭਾਰਤੀਆਂ ਨੂੰ ਪ੍ਰਾਪਤ ਆ। ਜਿਨ੍ਹਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਸਾਡਾ ਆਰਟੀਕਲ 15 ਵਾ ਉਹਦੇ ਵਿੱਚ ਇਹੀ ਲਿਖਿਆ ਗਿਆ ਕਿ ਧਰਮ, ਨਸਲ, ਜਾਤ, ਰੰਗ ਦੇ ਆਧਾਰ 'ਤੇ ਕਿਸੇ ਨਾਲ ਵੀ ਕੋਈ ਵਿਤਕਰੀ ਨਹੀਂ ਕੀਤੀ ਜਾਂਦੀ। ਠੀਕ ਹੈ, ਜਨਤਕ ਥਾਵਾਂ 'ਤੇ ਸਾਰਿਆਂ ਨੂੰ ਜਿਹੜਾ ਵਾ ਜਾਣ ਆਉਣ ਦੀ ਜਿਹੜੀ ਉਹ ਆਜ਼ਾਦੀ ਹੈਗੀ ਆ। ਆਰਟੀਕਲ 16 ਦੇ ਅਧੀਨ
ਜਦੋਂ ਵੀ ਕੋਈ ਸਰਕਾਰੀ ਨੌਕਰੀ ਨਿਕਲਦੀ ਆ ਤੇ ਉਦੋਂ ਵੀ ਉਸ ਸਮੇਂ ਵੀ ਕੋਈ ਨਸਲ ਦਾ, ਧਰਮ ਦਾ, ਜਾਤ ਦਾ, ਕੋਈ ਜਨਮ ਸਥਾਨ ਦਾ ਜਿਹੜਾ ਵਾ ਭੇਦਭਾਵ ਨਹੀਂ ਰੱਖਿਆ ਜਾਂਦਾ। ਸਭ ਨੂੰ ਰੁਜ਼ਗਾਰ ਦੇ ਸਮਾਨ ਮੌਕੇ ਦਿੱਤੇ ਜਾਂਦੇ ਨੇ। ਆਰਟੀਕਲ 19 ਵਿੱਚ ਸੁਤੰਤਰਤਾ ਦਾ ਅਧਿਕਾਰ ਪ੍ਰਾਪਤ ਹੈ, ਜਿਹਦੇ ਵਿੱਚ ਅਸੀਂ ਆਪਣੇ ਜਿਹੜੇ ਆ ਭਾਵਨਾਵਾਂ ਨੂੰ ਵਿਅਕਤ ਕਰ ਸਕਦੇ ਹਾਂ। ਠੀਕ ਹੈ, ਜਿੱਦਾਂ ਮਰਜ਼ੀ ਬੋਲ ਸਕਦੇ ਹਾਂ, ਕਿਤੇ ਮਰਜ਼ੀ ਆ ਜਾ ਸਕਦੇ ਹਾਂ। ਧਾਰਮਿਕ ਸੁਤੰਤਰਤਾ ਸਾਨੂੰ ਮਿਲੀ ਹੋਈ ਹੈ, ਕਿਸੇ ਵੀ ਧਰਮ ਨੂੰ ਅਸੀਂ ਅਪਣਾ ਸਕਦੇ ਹਾਂ, ਕਿਸੇ ਵੀ ਧਰਮ ਦਾ ਜਿਹੜਾ ਪ੍ਰਚਾਰ ਕਰ ਸਕਦੇ ਹਾਂ। ਠੀਕ ਹੈ, ਅਤੇ ਆਰਟੀਕਲ 29 ਅਤੇ 30 ਜਿਹੜੇ ਆ ਉਹ ਘੱਟ ਗਿਣਤੀਆਂ ਨਾਲ ਸੰਬੰਧਿਤ ਹੈ ਕਿ ਘੱਟ ਗਿਣਤੀਆਂ ਨੂੰ ਵੀ ਆਪਣੀ ਧਰਮ ਭਾਸ਼ਾ ਦੇ ਆਧਾਰ 'ਤੇ ਆਪਣੇ ਵਿਦਿਅਕ ਸੰਸਥਾਵਾਂ ਸਥਾਪਿਤ ਕਰਨ ਦਾ ਅਧਿਕਾਰ ਪ੍ਰਾਪਤ ਹੈ। ਆਪਣੀ ਭਾਸ਼ਾ ਦੇ ਸੱਭਿਆਚਾਰ ਨੂੰ ਜਿਹੜਾ ਵਾ ਉਹ ਸੁਰੱਖਿਅਤ ਰੱਖ ਸਕਦੇ ਆ। ਠੀਕ ਹੈ, ਇਹ ਉਹਨਾਂ ਦੇ ਨਾਲ ਸੰਬੰਧਿਤ ਆਰਟੀਕਲ ਹਨ। ਨੈਕਸਟ ਕੁਐਸਚਨ, ਰਾਈਟ ਟੂ ਫਰੀडम ਭਾਰਤੀ ਸੰਵਿਧਾਨ ਵਿੱਚ ਕਿਸ ਆਰਟੀਕਲ ਅਧੀਨ ਦਿੱਤਾ ਗਿਆ ਹੈ? ਠੀਕ ਹੈ, ਜਿਹੜਾ ਸੁਤੰਤਰਤਾ ਦਾ ਅਧਿਕਾਰ ਹੈ ਕਿਹੜੇ ਆਰਟੀਕਲ ਅਧੀਨ ਹੈ? ਅਨੁਛੇਦ 14 ਤੋਂ 18, ਅਨੁਛੇਦ 19 ਤੋਂ 22, ਅਨੁਛੇਦ 23 ਤੋਂ 24 ਕਿ ਅਨੁਛੇਦ 25 ਤੋਂ 28? ਇਹਦਾ ਸਹੀ ਉੱਤਰ ਹੈ ਅਨੁਛੇਦ 19 ਤੋਂ 22 ਦੇ ਵਿੱਚ ਜਿਹੜਾ ਸੁਤੰਤਰਤਾ ਦੇ ਨਾਲ ਸੰਬੰਧਿਤ ਸਾਡੇ ਅਧਿਕਾਰ ਹਨ। ਅਗਲਾ ਪ੍ਰਸ਼ਨ ਹੈ, ਆਰਟੀਕਲ 19 ਦੇ ਅਧੀਨ ਕਿੰਨੇ ਪ੍ਰਕਾਰ ਦੀ ਸੁਤੰਤਰਤਾ ਦਿੱਤੀ ਗਈ ਹੈ? ਠੀਕ ਹੈ, ਅਤੇ ਇਹਦਾ ਰਾਈਟ ਆਨਸਰ ਹੈ 6 ਤਰ੍ਹਾਂ ਦੀ ਜਿਹੜੀ ਸੁਤੰਤਰਤਾ ਵਾ ਉਹ ਆਰਟੀਕਲ 19 ਦੇ ਅਧੀਨ ਜਿਹੜੀ ਆ ਉਹ ਸਾਨੂੰ ਦਿੱਤੀ ਗਈ ਹੈ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ। ਠੀਕ ਹੈ, ਇਹ ਕੁਝ ਸਾਡੀਆਂ ਸੁਤੰਤਰਤਾਵਾਂ ਵਾ ਜਿਹੜੇ ਆਰਟੀਕਲ 19 ਦੇ ਅਧੀਨ ਸਾਨੂੰ ਦਿੱਤੀਆਂ ਗਈਆਂ ਵਾ, ਪਰ ਨਾਲ ਹੀ ਇਹਦੇ 'ਤੇ ਕੁਝ ਰਿਸਟ੍ਰਿਕਸ਼ਨਸ ਵੀ ਲੱਗੀਆਂ ਨੇ, ਕੁਝ ਪਾਬੰਦੀਆਂ ਲੱਗੀਆਂ ਨੇ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਇਹਨਾਂ ਸੁਤੰਤਰਤਾਵਾਂ ਨੂੰ ਜਿਹੜਾ ਵਾ ਉਹ ਇਹਨਾਂ ਦੀ ਵਰਤੋਂ ਕਰ ਸਕਦੇ ਹਾਂ।